ਸਿੱਖੀ ਦਾ ਕੇਂਦਰ ਬਣਾਉਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਨਗਰੀ ਦੀ ਮੋੜੀ ਗੱਡੀ। इस धरती नूं यह मान प्राप्त है कि रूहानियत दा केंद्र श्री हरिमंदर साहिब, शक्ति दा केंद्र श्री अकाल तख्त साहिब इत्थे विराजमान है, जिस दी महानता नूं धन गुरु अर्जन देव महाराज सच्चे पातशाह जी अपनी बाणी विच कहंदे हन कि असी सारे दुनिया दे वड्डे वड्डे स्थान वेखे हन, सारियां पुरियां देखियां हन। अयोध्यापुरी, द्वारकापुरी, ब्रह्मपुरी, शिवपुरी, इंद्रपुरी, ये सारियां पुरियां देखियां हन, पर इस दे तुल कोई नहीं है। महाराज आप बाणी विच कहंदे, डिठे सभे थाम नहीं तुद जिहा, बदो हो पुरख विधाते तां तुम सोहिया। इस स्थान नूं बन्निया आप अकाल पुरख वाहिगुरु दे सरगुण स्वरूप सतगुरु जी ने वसदी सगन अपार अनूप रामदासपुर। ये भविखत वाक उच्चारण किया गया कि आने वाले समय विच श्री हरिमंदर साहिब अमृतसर जो नगरी है, इत्थे बहुत घनी वसों होएगी संगतां दी। हर हां नानक कसमल जाहे नहाया रामदास सर। इत्थे इशनान करन दे नाल सारे पापां दी निवृत्ति होएगी। पंचम पातशाह जी दा वचन है, जिस दी प्रौढ़ता करदियां होयां भाई साहब भाई गुरदास जी उच्चारण करदे हन। कहंदे सतगुर सच तीर्थ है, 68 तीर्थ सरणी आए। कहंदे 68 तीर्थां च दुनिया दे लोग इशनान करके अपनी पापां दी मैल निवृत्त कर जांदे हन। वो 68 तीर्थ हर रोज श्री हरिमंदर साहिब अमृतसर साहिब विखे आके उन्हां पापां दी निवृत्ति करदे हन। सतगुर तीर्थ जानिए 68 तीर्थ सरणी आए। जदों पंचम पातशाह जी श्री हरिमंदर साहिब जी दी जो कार सेवा करवा रहे सन, संगतां ने बेनती की, महाराज ये जो स्थान तुसी तैयार करवा रहे हो, इत्थों दे दर्शन स्नान दा फल की है? तां 625 अंग ते सोरठ राग विच शब्द उच्चारण किया गया। सोरठ महला पंजवां घर तीजा, एक ओंकार सतगुर प्रसाद। रामदास सरोवर नाते सब उतरे पाप कमाते। गुरु रामदास जी दे सरोवर इशनान करन नाल जिन्ने जन्मां जन्मांतरां दे पाप कमाए होए सी इस जीव दे सारे पापां दी निवृत्ति होई। अगे सतगुरु जी कहंदे किन्हां दी निवृत्ति होई? निर्मल होए कर इशनाना गुर पूरे कीने दाना। जेड़े निर्मल हो के मैल तो रहत हो के गए, मन विच पाप ना लैके गए, उन्हां दे सारे पाप खत्म कर दिते गुरु रामदास जी ने। पर जेड़े मन विच पाप लैके गए कि असीं हरिमंदर साहिब नूं ढा के वापस मुड़ांगे,
ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰਕੇ ਵਾਪਸ ਮੁੜਾਂਗੇ। ਉਹ ਆਪ ਢਹਿ ਢੇਰੀ ਹੋ ਗਏ। ਪਰ ਜਿਹੜੇ ਭਾਵਨਾ ਨਾਲ ਗਏ ਬੀਬੀ ਰਜਨੀ ਦੀ ਤਰ੍ਹਾਂ ਸਾਰੇ ਪਾਪਾਂ ਦੀ ਨਿਵਰਤੀ ਹੋਈ। ਪਤੀ ਵੀ ਠੀਕ ਹੋ ਗਿਆ। ਜੋ ਦੁਨੀ ਚੰਦ ਰਾਜੇ ਦਾ ਰਾਜ ਸੀ ਪੱਟੀ ਪਰਗਨੇ ਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਕਿਰਪਾ ਹੋਈ ਕਿ ਸਾਰੇ ਹਿੰਦੁਸਤਾਨ ਦਾ ਰਾਜ ਇਸ ਦੇ ਪਿੰਗਲੇ ਪਤੀ ਨੂੰ ਪ੍ਰਾਪਤ ਹੋਇਆ। ਬੀਬੀ ਰਜਨੀ ਜੀ ਸਾਰੇ ਹਿੰਦੁਸਤਾਨ ਦੀ ਰਾਣੀ ਬਣੀ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਾਨਤਾ ਹੈ। ਜਿਹੜੇ ਪਾਪ ਲੈ ਕੇ ਗਏ ਉਹ ਖਤਮ ਹੀ ਹੋ ਗਏ। ਮੱਸਾ ਰੰਗੜ, ਅਬਦਾਲੀ, ਨਾਦਰ ਸ਼ਾਹ, ਉਸ ਤੋਂ ਬਾਅਦ ਵਿੱਚ ਜਿਤਨੇ ਵੀ ਗਏ ਜਿਨ੍ਹਾਂ ਨੇ ਪਾਪ ਕੀਤੇ ਉੱਥੇ ਜੋ ਸਰਕਾਰਾਂ ਨੇ ਭੇਜੇ ਬਰਾੜ ਵਰਗੇ ਸਾਰੇ ਖਤਮ ਹੀ ਹੋ ਗਏ, ਮੱਲੀਆ ਮੇਟੀ ਹੋ ਗਏ। ਪਰ ਜਿਹੜੇ ਭਾਵਨਾ ਨਾਲ ਗਏ ਉਹ ਤਰ ਗਏ। ਉੱਥੇ ਜਾ ਕੇ ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਓ। ਸਰੀਰਕ ਇਸ਼ਨਾਨ ਸਰੋਵਰ ਵਿੱਚ ਹੋ ਗਿਆ। ਮਨ ਦਾ ਇਸ਼ਨਾਨ ਜਦੋਂ ਪਰਕਰਮਾਂ ਵਿੱਚ ਬਹਿ ਕੇ ਭਾਵਨਾ ਦੇ ਨਾਲ ਬਾਣੀ ਨੂੰ ਸਰਵਣ ਕੀਤਾ, ਦੋਨੋਂ ਹੀ ਇਸ਼ਨਾਨ ਹੋ ਗਏ। ਸਾਧ ਸੰਗ ਮਲ ਆਥੀ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ। ਨਾਮ ਜਪਣ ਵਾਲਿਆਂ ਨੂੰ ਆਦਿ ਪੁਰਖ ਅਕਾਲ ਪੁਰਖ ਕਹਿ ਦਿਓ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਦਿਓ। ਉਹਨਾਂ ਨੂੰ ਮਿਲ ਗਏ, ਰੱਬ ਮਿਲ ਗਿਆ ਉਹਨਾਂ ਨੂੰ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪਾਂ ਸ਼ਬਦ ਸਰਵਣ ਕੀਤਾ ਹੈ 623 ਅੰਗ ਤੇ ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਜੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦਾ ਫਲ ਵਰਣਨ ਕੀਤਾ ਹੈ। ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਸੰਪੂਰਨ ਹੋਈ, ਸਰੋਵਰ ਦੀ ਕਾਰ ਸੇਵਾ ਸੰਪੂਰਨ ਹੋਈ, ਸੰਪੂਰਨਤਾਈ ਤੇ ਸ਼ਬਦ ਉਚਾਰਨ ਕੀਤਾ ਗਿਆ। ਸੋਰਠ ਮਹੱਲਾ ਪੰਜਵਾਂ। ਇਹ ਸ਼ਬਦ ਦੀ ਰਹਾਉ ਵਾਲੀ ਪੰਕਤੀ ਸਤਿਗੁਰੂ ਜੀ ਸ਼ਬਦ ਦਾ ਕੇਂਦਰੀ ਭਾਵ ਵਰਣਨ ਕਰਦੇ ਹਨ। ਸਤਿਗੁਰੂ ਜੀ ਕਹਿੰਦੇ, ਸੰਤੋ ਹੋ ਰਾਮਦਾਸ ਸਰੋਵਰ ਨੀਕਾ। ਨੀਕੇ ਤੋਂ ਭਾਵ ਇੱਕ ਤਾਂ ਕਿਹਾ ਜਾਂਦਾ ਨਾ ਇਹ ਚੀਜ਼ ਚੰਗੀ ਹੈ, ਦੂਸਰੇ ਨੰਬਰ ਤੇ ਕਿਹਾ ਜਾਂਦਾ ਇਹ ਚੀਜ਼ ਬਹੁਤ ਚੰਗੀ ਹੈ, ਤੀਸਰੇ ਨੰਬਰ ਤੇ ਕਿਹਾ ਜਾਂਦਾ ਹੈ ਕਿ ਇਸ ਜਿੰਨੀ ਸੁੰਦਰ ਕੋਈ ਚੀਜ਼ ਨਹੀਂ ਹੈ। ਜਿਵੇਂ ਇੰਗਲਿਸ਼ ਵਿੱਚ ਪੜ੍ਹਾਇਆ ਜਾਂਦਾ ਹੈ ਗੁੱਡ, ਬੈਟਰ, ਬੈਸਟ, ਸਭ ਤੋਂ ਉੱਤਮ, ਜਿਸ ਦਾ ਕੋਈ ਸਾਨੀ ਨਹੀਂ ਹੈ। ਸੰਤੋ ਹੋ ਰਾਮਦਾਸ ਸਰੋਵਰ ਨੀਕਾ, ਜਿਸ ਦੇ ਬਰਾਬਰ ਕੋਈ ਨਹੀਂ ਹੈ। ਜਿਸ ਸਰੋਵਰ ਵਿੱਚ ਆ ਕੇ 68 ਤੀਰਥ ਵੀ ਆਪਣੇ ਪਾਪਾਂ ਦੀ ਮੈਲ ਨਿਵਰਤ ਕਰਦੇ ਹਨ। ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ ਰਹਾਉ। ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰੇਗਾ, ਭਾਵਨਾ ਦੇ ਨਾਲ ਦਰਸ਼ਨ ਕਰੇਗਾ, ਉਸ ਦੀਆਂ ਸਾਰੀਆਂ ਕੁਲਾਂ ਦਾ ਉਧਾਰ ਹੋਵੇਗਾ। ਉਸ ਦੇ ਜੋ ਜੀਵ ਆਤਮਾ ਹੈ ਉਸ ਦਾ ਉਧਾਰ ਹੋਏਗਾ। ਇਤਨਾ ਵੱਡਾ ਮਹਾਤਮ ਸਤਿਗੁਰੂ ਜੀ ਕਹਿੰਦੇ ਹਨ। ਤੇ ਸ਼ਬਦ ਦੀ ਸ਼ੁਰੂਆਤ ਵਿੱਚ ਸਤਿਗੁਰੂ ਜੀ ਸ਼ੁਕਰਾਨਾ ਕਰਦਿਆਂ ਹੋਏ ਕਹਿੰਦੇ ਕਿ ਇਸ ਅਸਥਾਨ ਦੀ ਸੰਪੂਰਨਤਾਈ ਤੇ ਜੋ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂਆਂ ਨੇ ਕਿਰਪਾ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਜੋ ਸੰਪੂਰਨਤਾ ਹੀ ਹੋਈ ਹੈ ਇਸ ਸਥਾਨ ਦੀ। ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵੇਖ ਨਾਸੇ। ਦਰਸ਼ਨ ਇਸ਼ਨਾਨ ਕਰਨ ਦੇ ਨਾਲ ਸਾਰੇ ਬੱਜਰ ਪਾਪ ਨਿਵਰਤ ਹੋਏ। ਦੂਸਰੇ ਪਦ ਵਿੱਚ ਕਹਿੰਦੇ ਜੈ ਜੈਕਾਰ ਜਗ ਗਾਵੇ, ਮਨ ਚਿੰਦੇ ਅੜੇ ਫਲ ਪਾਵੇ। ਉੱਥੇ ਦਰਸ਼ਨ ਇਸ਼ਨਾਨ ਦੇ ਨਾਲ ਸਹੀ ਸਲਾਮਤ ਨਹਾਏ ਆਏ, ਆਪਣਾ ਪ੍ਰਭੂ ਤੇ ਆਏ। ਸਹੀ ਸਲਾਮਤ ਆਪਣੇ ਅੰਤਸ਼ਕਰਨ ਰੂਪੀ ਘਰ ਵਿੱਚ ਆ ਗਏ, ਟਿਕਾਓ ਤੋਂ ਰਹਿਤ ਹੋ ਗਏ। ਅੱਗੇ ਕਹਿੰਦੇ ਸੰਤ ਸਰੋਵਰ ਨਹਾਵੇ, ਸੋ ਜਨ ਪਰਮਗਤ ਪਾਵੇ। ਸਾਧ ਸੰਗਤ ਰੂਪੀ ਸਰੋਵਰ ਵਿੱਚ ਨਾਮ ਰੂਪੀ ਜਲ ਦੇ ਨਾਲ ਮਨ ਦਾ ਇਸ਼ਨਾਨ ਕਰੇਗਾ ਜੋ, ਕਹਿੰਦੇ ਮਰੇ ਨਾ ਆਵੇ ਜਾਈ, ਹਰ ਹਰ ਨਾਮ ਧਿਆਈ। ਅਖੀਰਲੇ ਪਦ ਵਿੱਚ ਸਤਿਗੁਰੂ ਜੀ ਕਹਿੰਦੇ ਇਹ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਇਆਲ ਹੋਏ ਭਗਵਾਨੈ। ਬ੍ਰਹਮ ਗਿਆਨ ਦੀ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਸਤਿਗੁਰੂ ਜੀ ਮਿਹਰਬਾਨ ਹੁੰਦੇ ਹਨ। ਦੁਨਿਆਵੀ ਦਾਤਾਂ ਤਾਂ ਮਿਲ ਜਾਂਦੀਆਂ ਹਨ, ਦੁੱਧ ਪੁੱਤਰ ਧਨ ਦੌਲਤ, ਇਹ ਤਾਂ ਪਾਪੀ ਲੋਕਾਂ ਨੂੰ ਵੀ ਰੱਬ ਦੇ ਦਿੰਦਾ ਹੈ। ਪਰ ਗੁਰਸਿੱਖੀ ਦੀ ਦਾਤ, ਬ੍ਰਹਮ ਗਿਆਨ ਦੀ ਦਾਤ, ਜਿਸ ਤੇ ਸਤਿਗੁਰੂ ਜੀ ਪੂਰੇ ਖੁਸ਼ ਹੋ ਜਾਣ, ਬਖਸ਼ਿਸ਼ ਕਰਦੇ ਹਨ। ਇਹੋ ਬ੍ਰਹਮ ਵਿਚਾਰ ਸੋ ਜਾਣੇ, ਜਿਸ ਦਿਆਲ ਹੋਏ ਭਗਵਾਨੇ। ਬਾਬਾ ਨਾਨਕ ਪ੍ਰਭ ਸਰਨਾਈ, ਸਭ ਚਿੰਤਾ ਗਣਤ ਮਿਟਾਈ। ਕਹਿੰਦੇ ਐ ਭਾਈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਵੇਗਾ, ਉਸ ਦੀਆਂ ਸਾਰੀਆਂ ਚਿੰਤਾਵਾਂ ਗਿਣਤੀਆਂ ਸਭ ਨਿਵਰਤ ਹੋ ਜਾਣਗੀਆਂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਨ। ਸਤਿਗੁਰੂ ਜੀ ਆਪਣੇ ਬਿਰਦ ਬਾਣੇ ਦੀ ਲਾਜ ਰੱਖਣਗੇ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਦਾ ਜੋ ਦਿਨ ਹੈ, ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਦਾ ਜਨਮ ਦਿਨ ਹੈ ਅੱਜ, ਜੋ 12 ਮਿਸਲਾਂ ਵਿੱਚੋਂ ਮਹਾਨ ਜਰਨੈਲ ਹੋਏ ਹਨ, ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ। ਗੁਰੂ ਪਿਆਰੇ ਸਾਧ ਸੰਗਤ ਜੀ, ਜਦੋਂ 12 ਮਿਸਲਾਂ ਵਿੱਚ ਥੋੜਾ ਬਹੁਤਾ ਟਕਰਾਓ ਵੀ ਚੱਲ ਰਿਹਾ ਸੀ, ਉਸ ਸਮੇਂ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਜੋ ਜਲੰਧਰ ਦਾ ਸੀ ਨਵਾਬ, ਉਸ ਦੇ ਨਾਲ ਜਾ ਕੇ ਮਿਲ ਗਿਆ। ਤਾਂ ਉਸ ਤੋਂ ਪਹਿਲਾਂ ਜੋ ਇਤਿਹਾਸ ਜ਼ਿਕਰ ਆਉਂਦਾ ਹੈ, 1723 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜਨਮ ਹੋਇਆ। 1739 ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਹਿੰਦੁਸਤਾਨ ਤੇ। 1745 ਵਿੱਚ ਜ਼ਕਰੀਆ ਖਾਨ ਨਰਕਾਂ ਨੂੰ ਤੁਰਦਾ ਬਣਿਆ। ਉਸ ਤੋਂ ਬਾਅਦ ਅਬਦਾਲੀ ਨੇ ਪੰਜਾਬ ਦਾ ਸੂਬੇਦਾਰ ਮੀਰ ਮੰਨੂ ਨੂੰ ਬਣਾ ਦਿੱਤਾ। ਉਸ ਸਮੇਂ ਤੇ ਜੋ ਜ਼ਕਰੀਆ ਖਾਨ ਨੇ ਆਪਣਾ ਫੌਜਦਾਰ ਬਣਾ ਕੇ ਰਾਮ ਰੌਣੀ ਜੋ ਕਿਲਾ ਬਣਾਇਆ ਸੀ ਅੰਮ੍ਰਿਤਸਰ ਦੀ ਰੱਖਿਆ ਵਾਸਤੇ, ਤਾਂ ਉੱਥੇ ਇਸ ਨੂੰ ਭੇਜਿਆ। ਅੰਦਰੋਂ ਸਿੰਘਾਂ ਨੇ ਚਿੱਠੀ ਲਿਖ ਕੇ ਭੇਜੀ ਕਿ ਹੁਣ ਪੰਥ ਕੌਮ ਨੂੰ ਮੁੱਖ ਰੱਖਣਾ ਚਾਹੀਦਾ ਹੈ, ਇਹਨਾਂ ਦੁਸ਼ਮਣਾਂ ਦੇ ਨਾਲ ਨਹੀਂ ਰਲਣਾ ਚਾਹੀਦਾ। ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਪੰਥ ਕੌਮ ਬਾਰੇ ਸੋਚਦਿਆਂ ਹੋਇਆਂ ਆਪਣੀਆਂ ਫੌਜਾਂ ਦੇ ਸਮੇਤ ਕਿਲੇ ਵਿੱਚ ਜਾ ਕੇ ਉਹਨਾਂ ਸਿੰਘਾਂ ਦਾ ਸਾਥ ਦਿੱਤਾ। ਜਦੋਂ 1765 ਤੋਂ ਲੈ ਕੇ 1781 ਈਸਵੀ ਤੱਕ
15 ਵਾਰ ਦਿੱਲੀ ਨੂੰ ਜਿੱਤਿਆ ਸਿੰਘਾਂ ਨੇ। ਜਦੋਂ 81 ਇਸ ਵਿੱਚ ਸਰਦਾਰ ਬਘੇਲ ਸਿੰਘ ਦੇ ਹੁਕਮ ਦੇ ਨਾਲ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ। ਸਰਦਾਰ ਬਘੇਲ ਸਿੰਘ ਵੱਲੋਂ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਤਖਤ ਤੇ ਬਿਠਾਇਆ ਗਿਆ ਦਿੱਲੀ ਦੇ। ਉਸ ਸਮੇਂ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਕਹਿਣ ਲੱਗੇ ਕਿ ਜਮਨਾ ਤੇ ਤੇਗਾਂ ਅਸੀਂ ਵਾਹੁੰਦੇ ਰਹੇ ਤੇ ਦਿੱਲੀ ਦੇ ਰਾਜ ਤਖਤ ਤੇ ਤੁਸੀਂ ਜੱਸਾ ਸਿੰਘ ਆਹਲੂਵਾਲੀਏ ਨੂੰ ਬਿਠਾ ਦਿੱਤਾ, ਮੇਰਾ ਹੱਕ ਬਣਦਾ। ਉਸ ਸਮੇਂ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗੇ ਮੈਂ ਤਾਂ ਖਾਲਸੇ ਦਾ ਹੁਕਮ ਮੰਨਿਆ। ਮਾਤਾ ਸੁੰਦਰੀ ਜੀ ਨੇ ਬਚਪਨ ਵਿੱਚ ਬਚਨ ਕੀਤਾ ਸੀ ਕਿ ਜੈ ਬੱਚਾ ਜੋ ਹੈ ਜਹ ਬਾਦਸ਼ਾਹੇ ਪੰਥ ਬਣੇਗਾ। ਆਪਣੇ ਵਿੱਚ ਕੋਈ ਫਰਕ ਹੀ ਨਹੀਂ, ਤੂੰ ਬੈਠ ਜਾ ਰਾਜ ਤਖਤ ਤੇ। ਜਦੋਂ ਥੱਲੇ ਉਤਰਨ ਲੱਗੇ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਕਹਿਣ ਲੱਗੇ ਨਹੀਂ ਮੈਂ ਨਹੀਂ ਬੈਠਣਾ, ਮਾਤਾ ਜੀ ਨੇ ਤੁਹਾਨੂੰ ਬਚਨ ਕੀਤਾ ਸੀ ਤੁਸੀਂ ਰਾਜ ਤਖਤ ਤੇ ਬੈਠੋ। ਇਹ ਸਾਰਾ ਠੀਕ ਹੋ ਗਿਆ। ਸੋ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਜੀਵਨ ਤੋਂ ਸਿੱਖਿਆ ਲੈਂਦਿਆਂ ਹੋਇਆਂ, ਆਪਸੀ ਮਤ ਭੇਦਾਂ ਨੂੰ ਭੁਲਾਉਂਦਿਆਂ ਹੋਇਆਂ ਪੰਥ ਕੌਮ ਬਾਰੇ ਆਪਾਂ ਸਾਰੇ ਸੋਚ ਸਕੀਏ। ਜੋ ਪੰਥਕ ਮਸਲੇ ਹਨ ਉਹ ਹੱਲ ਹੋਣ, ਸਤਿਗੁਰੂ ਜੀ ਕਿਰਪਾ ਕਰਨ, ਪੰਥ ਕੌਮ ਦੀ ਚੜ੍ਹਦੀ ਕਲਾ ਹੋਵੇ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।